ਵੈਲਕਮ ਐਂਡ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਡੈਸਟੀਨੇਸ਼ਨ ਅਵੇਅਰਨੈਸ ਤੁਸੀਂ ਦੇਖ ਰਹੇ ਹੋ। ਵੀਜ਼ਾ ਰਿਲੇਟਡ ਅਹਿਮ ਜਾਣਕਾਰੀਆਂ ਲੈ ਕੇ ਅਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕੇ ਹਾਂ। ਵੀਜ਼ਾ ਐਕਸਪਰਟ ਦੇ ਨਾਲ ਤੁਹਾਡੀ ਮੁਲਾਕਾਤ ਹਰ ਵਾਰ ਇਸ ਪ੍ਰੋਗਰਾਮ ਦੇ ਵਿੱਚ ਕਰਵਾਈ ਜਾਂਦੀ ਹੈ ਤੇ ਇੱਕ ਵਾਰ ਫਿਰ ਤੋਂ ਅੱਜ ਆਪਣੇ ਨਾਲ ਜੁੜ ਚੁੱਕੇ ਆ ਕਨੈਕਟ ਓਵਰਸੀਜ਼ ਤੋਂ ਮਿਸਟਰ ਨਿਰਮਲ ਚਾਵਲਾ ਜੀ। ਸੋ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਰ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸੋ ਕਨੈਕਟ ਓਵਰਸੀਜ਼ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਪਿਛਲੇ 30 ਸਾਲ ਤੋਂ ਵੱਧ ਦਾ ਸਮਾਂ ਇਹਨਾਂ ਨੂੰ ਹੋ ਚੁੱਕਿਆ। ਵੀਜ਼ਾ ਸਰਵਿਸਿਜ਼ ਇਹਨਾਂ ਦੇ ਵੱਲੋਂ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ। ਬਹੁਤ ਹੀ ਜੈਨੂਅਨ ਤਰੀਕੇ ਦੇ ਨਾਲ ਹਰ ਇੱਕ ਸੁਝਾਅ ਇਹਨਾਂ ਦੇ ਵੱਲੋਂ ਦਿੱਤਾ ਜਾਂਦਾ ਹੈ। ਸੋ ਇੰਨਾ ਲੰਬਾ ਸਮਾਂ ਇਹਨਾਂ ਦੇ ਵੱਲੋਂ ਸਰਵਾਈਵ ਕੀਤਾ ਗਿਆ। ਇੰਨਾ ਲੰਬਾ ਸਮੇਂ ਤੋਂ ਇਹਨਾਂ ਦੇ ਵੱਲੋਂ ਵੀਜ਼ਾ ਸਰਵਿਸਿਜ਼ ਦਿੱਤੀਆਂ ਜਾ ਰਹੀਆਂ। ਸੋ ਪੂਰੀ ਤਰੀਕੇ ਦੇ ਨਾਲ ਤੁਸੀਂ ਇਹਨਾਂ ਨੂੰ ਟਰਸਟ ਕਰ ਸਕਦੇ ਹੋ। ਕੋਈ ਵੀ ਜਾਣਕਾਰੀ ਤੁਸੀਂ ਵੀਜ਼ਾ ਰਿਲੇਟਡ ਲੈਣੀ ਹੋਵੇ ਤਾਂ ਇਹਨਾਂ ਦੇ ਜੋ ਨੰਬਰ ਆ ਉਹ ਆਪਣੀ ਸਕਰੀਨ ਤੇ ਫਲੈਸ਼ ਕਰ ਰਹੇ ਹੋ। ਤੁਸੀਂ ਕਿਸੇ ਵੀ ਵੇਲੇ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਅਦਰਵਾਈਜ਼ ਸੈਕਟਰ 17 ਚੰਡੀਗੜ੍ਹ ਦੇ ਵਿੱਚ ਵੀ ਕਨੈਕਟ ਓਵਰਸੀਜ਼ ਦਾ ਆਫਿਸ ਹੈ, ਉੱਥੇ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਟੀਮ ਦੇ ਵੱਲੋਂ ਵੀ ਪ੍ਰੋਪਰ ਗਾਈਡੈਂਸ ਤੁਹਾਨੂੰ ਮੁਹੱਈਆ ਕਰਵਾਈ ਜਾਵੇਗੀ। ਅਗਰ ਸਰ ਦੇ ਨਾਲ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤਾਂ ਇਸੇ ਹੀ ਨੰਬਰ ਤੇ ਤੁਸੀਂ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਸੋ ਸਰ ਦੇ ਨਾਲ ਵੀ ਵੀਜ਼ਾ ਰਿਲੇਟਡ ਅਹਿਮ ਜਾਣਕਾਰੀਆਂ ਦੇ ਬਾਰੇ ਗੱਲਬਾਤ ਕਰ ਸਕਦੇ ਹੋ। ਸੋ ਸਰ, ਜਿਵੇਂ ਕਿ ਅੱਜ ਨਰਸਿੰਗ ਦੇ ਬਾਰੇ ਆਪਾਂ ਗੱਲ ਕਰਨ ਵਾਲੇ ਹਾਂ ਜੀ। ਸੋ ਨਰਸਿੰਗ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਸਟੂਡੈਂਟਸ ਦੇ ਦਿਮਾਗ ਦੇ ਵਿੱਚ ਅਕਸਰ ਸਵਾਲ ਰਹਿੰਦੇ ਆ। ਡ੍ਰੀਮ ਡੈਸਟੀਨੇਸ਼ਨ ਦੀ ਗੱਲ ਕਰੀਏ ਤਾਂ ਕੈਨੇਡਾ, ਆਸਟ੍ਰੇਲੀਆ, USA, UK ਜਾਂ ਫਿਰ ਨਿਊਜ਼ੀਲੈਂਡ ਆਪਾਂ ਕਹਿ ਸਕਦੇ ਹਾਂ ਕਿ ਸਟੂਡੈਂਟਸ ਦੇ ਦਿਮਾਗ ਦੇ ਵਿੱਚ ਰਹਿੰਦਾ ਹੈ। ਸੋ ਨਰਸਿੰਗ ਦੀ ਗੱਲ ਕਰੀਏ ਤਾਂ ਨਰਸਿੰਗ ਨੂੰ ਲੈ ਕੇ ਕਿਹੜੀ ਕੰਟਰੀ ਬੈਸਟ ਹੈਗੀ ਹੈ ਸਟੂਡੈਂਟਸ ਦੇ? ਬਨੇ ਅਗਰ ਆਪਾਂ ਨਰਸਿੰਗ ਨੂੰ ਲੈ ਕੇ ਗੱਲ ਕਰੀਏ, ਜਿਹੜੇ ਕੈਂਡੀਡੇਟਸ ਨੇ ਆਲਰੇਡੀ BSc ਨਰਸਿੰਗ ਪਾਸ ਕਰ ਲਈ ਹੈ ਜੀ ਤੇ 2 ਇਅਰਸ ਦਾ ਅਗਰ ਉਹਨਾਂ ਕੋਲ ਐਕਸਪੀਰੀਅੰਸ ਹੈ, 2 years the clinical experience and not teaching experience, the best option for them is to sit in India, do an OBA program. Now jehda OBA program हैगा वो outcome based assessment program हैगा which is run by very few colleges in Melbourne. So this is a 12 weeks program. So OBA program ਕਰਨ ਦਾ benefit ਹੈ ਕਿ they are moving to pathway for their registration as a nurse in Australia. So ਇਹ ਕੋਰਸ ਅਗਰ ਆਨਲਾਈਨ ਜੁਆਇਨ ਕਰ ਲੈਂਦੇ ਦੀ ਕੋਰਸ ਦੀ ਫੀਸ ਅਬਾਊਟ $6,500 ਆਸਟ੍ਰੇਲੀਅਨ ਡਾਲਰਸ ਹੈਗੀ, ਵਿਚ ਇਜ਼ ਵੈਰੀ ਰੀਜ਼ਨੇਬਲ। $6,500 ਆਸਟ੍ਰੇਲੀਅਨ ਡਾਲਰ ਅਗਰ OBA ਦੀ ਕੋਰਸ ਕਰ ਲੈਂਦੇ ਹੈਗੇ, 10 ਵੀਕਸ ਦੀ ਪ੍ਰੈਕਟੀਕਲ ਟ੍ਰੇਨਿੰਗ ਇਹਨਾਂ ਨੂੰ ਬਾਏ ਰਜਿਸਟਰਡ ਨਰਸਿਸ ਆਨਲਾਈਨ ਮਿਲਣਗੀਆਂ। ਸੋ ਸਾਰਾ ਕੋਰਸ ਆਨਲਾਈਨ ਹੈਗਾ ਐਂਡ ਵਨਸ ਅ ਵੀਕ ਦੀ ਰਜਿਸਟਰਡ ਨਰਸਿਸ ਇਹਨਾਂ ਨਾਲ ਕੁਇਜ਼ ਤੇ ਇਹਨਾਂ ਨੂੰ ਕਾਫੀ ਕੁਝ ਦੱਸਣਗੇ। ਅਪਾਰਟ ਫਰਮ ਦੈਟ ਇਹਨਾਂ ਨੂੰ ਸਾਰੇ ਉੱਥੇ ਦੇ ਸਿਸਟਮ ਦੱਸਣਗੇ ਐਂਡ there is Miss Sandra and Mr. Ralph ਜਿਹੜੇ ਕਿ ਹੈਗੇ ਉੱਥੋਂ ਦੇ ਰਜਿਸਟਰਡ ਨਰਸ, then they will visit India after a span of 10 weeks and for 2 weeks they'll give them practical training here. So ਉਹਦੇ ਨਾਲ they start moving towards their APRA registration. So APRA ਦੀ registration ਕਰਨ ਤੋਂ ਬਾਅਦ they're eligible to even apply for work permits by sitting in India. There are a lot of companies which will employ them up, but the only thing that they need to do is ਨਾਲ ਇਹਨਾਂ ਨੂੰ ਆਪਣਾ IELTS ਵੀ upgrade ਕਰਨਾ ਪਏਗਾ. So they need 7 in 3 modules and I think 6.5 in writing. So ਨਾਲ ਆਪਣਾ IELTS improve ਕਰਨ, ਨਾਲ ਵਾਲਾ registration course ਕਰਨ and they become eligible for straight away I say again for employment in Australia. ਸੋ ਜਿਵੇਂ ਕਿ ਇੱਥੇ ਬੈਠੇ ਤੁਸੀਂ ਆਪਣੇ ਘਰ ਬੈਠੇ ਇੰਡੀਆ ਬੈਠੇ ਇਸ ਕੋਰਸ ਨੂੰ ਕਰ ਸਕਦੇ ਹੋ। ਉੱਥੋਂ ਤੁਹਾਨੂੰ ਟ੍ਰੇਨਿੰਗ ਵੀ ਇੱਥੇ ਆ ਕੇ ਉਹਨਾਂ ਦੇ ਵੱਲੋਂ ਦਿੱਤੀ ਜਾਊਗੀ। ਸੋ ਸਰ, ਆਪਾਂ ਕਹਿ ਸਕਦੇ ਹਾਂ ਕਿ ਇੱਥੇ ਹੀ ਬੈਠੇ ਉਹ ਵਰਕ ਪਰਮਿਟ ਦੇ ਲਈ ਅੱਗੇ ਅਪਲਾਈ ਕਰ ਸਕਦੇ ਆ। ਉਹਨਾਂ ਨੂੰ ਕੋਈ ਇਹ ਜ਼ਰੂਰੀ ਨਹੀਂ ਹੈ ਕਿ ਬਾਅਦ ਦੇ ਵਿੱਚ ਉਹਨਾਂ ਨੂੰ ਅਗਰ ਇੰਡੀਆ ਦੇ ਵਿੱਚ ਹੀ ਸਟੱਡੀ ਕਰ ਰਹੇ ਹੈ ਤਾਂ ਇੰਡੀਆ ਦੇ ਵਿੱਚ ਅੱਗੇ ਕੰਮ ਕਰਨਾ ਪਊਗਾ। ਕਾਫੀ ਕਨਫਿਊਜ਼ ਰਹਿੰਦੇ ਸਟੂਡੈਂਟ ਇਸ ਨੂੰ ਲੈ ਕੇ। ਇੱਕ ਵਾਰ ਫਿਰ ਤੋਂ ਤੁਸੀਂ ਅਗਰ ਡੈਫੀਨਿਟਲੀ ਜੀ ਕਨਫਿਊਜ਼ਨ ਨਾ ਕ੍ਰੀਏਟ ਹੋਏ ਜੀ। ਜਿਹੜੇ ਬੱਚੇ ਆਲਰੇਡੀ ਇਥੋਂ ਟ੍ਰੇਨਿੰਗ ਲੈ ਲੈਂਦੇ ਹੈਗੇ ਐਂਡ ਦੇ ਹੈਵ ਦੀ ਡਿਜ਼ਾਇਰਡ IELTS ਸਕੋਰ ਔਰ ਇਕੁਇਵਲੈਂਟ PT ਸਕੋਰ ਅਗਰ ਹੁੰਦੇ ਹੈਗੇ, ਸੋ ਦੇ ਬਿਕਮ ਐਲੀਜੀਬਲ ਫॉर employment straight away. So one option is ਦੇ ਵਿੱਚ ਜਿਹੜਾ ਸੈਕਿੰਡ ਪਾਰਟ ਹੈਗਾ ਉਹਨਾਂ ਨੇ ਆਸਟ੍ਰੇਲੀਆ ਜਾ ਕੇ ਵੀ ਕੰਪਲੀਟ ਕਰਨਾ। ਸੋ one they can go on a tourist visa again, ਔਰ ਅਗਰ ਰਜਿਸਟ੍ਰੇਸ਼ਨ ਕਰਾ ਕੇ ਉੱਥੇ ਜਾ ਕੇ ਆਪਣਾ ਸੈਕਿੰਡ ਪਾਰਟ ਵੀ ਮੋਡਿਊਲ ਦਾ ਕਰ ਸਕਦੇ ਹੈਗੇ। ਸੋ there are 2 stages in it. So which makes them eligible OSCE karke na they'll make them eligible for permanent residency there and even for work employment. So jehde bachcha ne GNM kita hai, they are not eligible for this particular program. They have different pathway programs. ਸੋ ਐਕਸਟਰਾ ਬੈਨੀਫਿਟਸ ਕੀ ਹੋ ਸਕਦੇ ਸਰ ਇਹਦੇ ਇੱਥੇ ਬੈਠ ਕੇ ਸਟੱਡੀ ਕਰਨ ਦੇ ਇੰਡੀਆ ਦੇ ਵਿੱਚ? One extra benefit ਹੈਗਾ ਕਿ that ਆਪਣੇ ਜਿਹੜੇ stages of registration process with APRA ਉਹ complete ਕਰ ਲੈਂਦੇ। So there are 3 streams, stream A, stream B, stream C. So naturally stream A and stream B ਹੀ popular ਹੈਗਾ, ਜਿਸ ਦੇ ਬੇਸ ਤੇ they can continue their further
employment strategy, मतलब employment ਲਈ ਅੱਗੇ continuation ਹੁੰਦੀ ਹੈ. So that's the best part that I would say. ਜੀ ਸੋ ਇਨਟੇਕ ਕਿਹੜਾ ਬੈਟਰ ਹੋਊਗਾ ਸਰ ਉਹਨਾਂ ਲਈ ਅਗਰ ਉਹ ਇਸ ਦੇ ਲਈ ਅਪਲਾਈ ਕਰ ਰਹੇ ਹੈ? Since it's an online course which starts in January, ਜੀ so they can come, they can join us, they can come for a particular counseling session so that they'll understand what we are talking about. I can't give the entire detailed discussion on this little episode, small episode. So better hai that they can walk into our 17 office, we'll guide them, and then they can take a decision. So they'll be eligible to apply for subclass 482 for 2 years of work permit. ਜੀ ਸੋ ਜਿਵੇਂ ਕਿ ਸੈਮੀਨਾਰ ਦੀ ਵੀ ਤੁਸੀਂ ਗੱਲ ਕੀਤੀ ਹੈ ਜਾਂ ਫਿਰ ਆਫਿਸ ਵਿਜ਼ਿਟ ਕਰਨ ਦੀ ਗੱਲ ਕੀਤੀ, ਸਰ ਇਸ ਨੂੰ ਲੈ ਕੇ ਕੋਈ ਪਾਰਟਿਕੂਲਰ ਸੈਮੀਨਾਰ ਵੀ ਕਰਵਾਇਆ ਜਾ ਰਿਹਾ ਹੈ ਜਾਂ ਨਹੀਂ? Not at this moment, but yes, ਜੇ ਕੋਈ nurse ਜਿਹੜੀ BSc nurses they want to speak to the registered nurses in Australia, we can arrange a Zoom call for them or a conference call for them, so they can take the first hand information from the college as well. ਜੀ ਸੋ ਜਿਵੇਂ ਕਿ ਸਰ ਤੁਸੀਂ ਕਿਹਾ ਕਿ ਜਨਵਰੀ ਇਨਟੇਕ ਵੀ ਇਸ ਦੇ ਲਈ ਹੁੰਦਾ ਹੈ, ਇਸ ਦੇ ਲਈ ਵੀ ਉਹ ਜਾ ਸਕਦੇ ਆ। ਸੋ ਜਿਵੇਂ ਕਿ ਆਪਾਂ ਕਹਿ ਸਕਦੇ ਕਿ ਨਵੰਬਰ ਆਲਮੋਸਟ ਜਾਣ ਵਾਲਾ ਹੈ, ਸੋ ਹਾਂਜੀ। ਅਗਰ ਕੋਈ ਇਸੇ ਜਨ ਦੇ ਵਿੱਚ ਐਡਮਿਸ਼ਨ ਕਰਵਾਉਣਾ ਚਾਹੁੰਦਾ, ਇਸੇ ਇਨਟੇਕ ਦੇ ਵਿੱਚ ਜਾਣਾ ਚਾਹੁੰਦਾ, ਤਾਂ ਕੀ ਉਹ ਜਾ ਸਕਦਾ ਹੈ, ਐਲੀਜੀਬਲ ਹੈਗਾ? ਹਾਂਜੀ, definitely they are eligible ਜੀ, ਜੀ they are eligible. ਜੀ ਸੋ ਐਕਸਪੈਂਸਸ ਦੀ ਗੱਲ ਕਰੀਏ, ਫੰਡਸ ਦੀ ਗੱਲ ਕਰੀਏ ਸਰ, ਤਾਂ ਕਿੰਨੇ ਕੁ ਐਕਸਪੈਂਸਸ ਇਸ ਦੇ ਆ ਜਾਂਦੇ ਆ, ਫੰਡਸ ਕਿੰਨੇ ਕੁ ਸ਼ੋ ਕਰਨੇ ਪੈਂਦੇ ਆ? ਨਾਰਮਲ ਆਪਾਂ ਕੋਰਸਿਸ ਲਈ ਅਗਰ ਜਾਂਦੇ ਆ ਉਸੇ ਤਰੀਕੇ ਦੇ ਹੁੰਦੇ ਆ ਜਾਂ ਫਿਰ ਇੱਥੇ ਇੰਡੀਆ ਬੈਠ ਕੇ ਸਟੱਡੀ ਕਰ ਰਹੇ ਆ ਤਾਂ ਇੱਕ ਅਲੱਗ ਤੋਂ ਬੈਨੀਫਿਟ ਉਹਨਾਂ ਨੂੰ ਦਿੱਤਾ ਜਾ ਰਿਹਾ ਸਟੂਡੈਂਟਸ ਨੂੰ, ਤਾਂ ਉਹਦੇ ਕਰਕੇ ਕੋਈ ਜ਼ਿਆਦਾ ਐਕਸਪੈਂਸਸ ਉਹਨਾਂ ਨੂੰ? No, it is not very expensive ਕਿਉਂਕਿ ਦੇਖੋ ਇੱਕ ਤੇ 6,500 ਅਗਰ ਆਪਾਂ ਕੈਲਕੂਲੇਸ਼ਨ ਕਰ ਸਕਦੇ ਹਾਂ ਵੀ 54 ਦਾ ਆਸਟ੍ਰੇਲੀਅਨ ਡਾਲਰ ਰੇਟ ਹੈਗਾ, that is the expense. ਸੈਕੰਡ ਪੇਪਰ ਦੇਣ ਦੇ ਐਕਸਪੈਂਸਸ ਹੈਗੇ, ਔਸਕੀ ਕੀ ਵਾਲੇ ਐਕਸਪੈਂਸ ਹੈ, ਸੋ ਰਫਲੀ 12 ਤੋਂ 13,000 ਡਾਲਰ ਦਾ ਟੋਟਲ ਐਕਸਪੈਂਸ ਆਉਂਦਾ ਹੈਗਾ। ਸੋ ਵਿਚ ਵਿਲ ਗੈਟ them to the for the registration processes, and this is a mandatory ਅਗਰ ਕਿਸੇ ਨੇ ਉੱਥੇ ਆਪਣਾ ਨੈਕਲੈਕਸ ਦਾ ਵੀ ਐਗਜ਼ਾਮ ਦੇਣਾ ਹੈ, ਕੋਈ ਐਗਜ਼ਾਮ ਦੇਣਾ, this is a pathway program. ਜੀ ਸੋ ਕੋਈ ਇੰਟਰਵਿਊਜ਼ ਵਗੈਰਾ ਹੁੰਦੀ ਹੈ ਸਰ ਇਹਦੇ ਲਈ? No, definitely there is no interview, but yes, ਉਹਨਾਂ ਦੇ ਡਾਕੂਮੈਂਟੇਸ਼ਨ ਅਸੈਸਮੈਂਟ ਹੋਣਗੇ ਬਿਕੋਜ਼ they need to understand that ਜਿਹੜੇ ਵੀ ਅਪਲਾਈ ਕਰਨਗੇ ਮਿਨੀਮਮ 2 years of work experience ਹੈ, ਮੈਕਸਿਮਮ ਚਾਹੇ 12 ਸਾਲ ਹੈ ਚਾਹੇ 10 ਸਾਲ ਹੈ, they are eligible for that. ਜੀ ਸੋ ਉੱਥੇ ਜਾ ਕੇ ਨਾਰਮਲ ਤਰੀਕੇ ਦੇ ਨਾਲ ਹੀ ਉਹ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਆ, PR ਦੇ ਲਈ ਅਪਲਾਈ ਕਰ ਸਕਦੇ ਆ? Yeah, they can ਉਹਦੇ ਲਈ ਡਿਫਿਕਲਟੀ ਨਹੀਂ ਹੋਊਗੀ? Definitely difficulty, and even if they go on a tourist visa, ਜੇ ਇਹਨਾਂ ਦਾ registration process complete ਹੈਗਾ, they can even walk into any hospital and all, they can apply. I mean, not walk in, they can apply for their working in Australia as well. ਜੀ ਸੋ ਇਸ ਤੋਂ ਪਹਿਲਾਂ ਵੀ ਸਰ ਇਦਾਂ ਦੇ ਕੋਈ ਪ੍ਰੋਗਰਾਮਸ ਆਉਂਦੇ ਰਹਿੰਦੇ ਆ ਜਾਂ ਫਿਰ ਨਹੀਂ, ਜਾਂ ਫਿਰ ਕਿੰਨੇ ਕੁ ਵੀਜ਼ਾ ਇਦਾਂ ਦੇ ਪ੍ਰੋਗਰਾਮਸ ਤੇ ਮਿਲਦੇ ਆ ਜਾਂ ਫਿਰ ਮਿਲਣ ਦੇ ਆਸਾਰ ਹੁੰਦੇ ਆ? ਕਿਉਂਕਿ ਅਕਸਰ ਨਵੀਆਂ ਜਦੋਂ ਚੀਜ਼ਾਂ ਆਉਂਦੀਆਂ ਤਾਂ ਹਾਂਜੀ। ਸਟੂਡੈਂਟ ਥੋੜਾ ਬਿਲੀਵ ਘੱਟ ਕਰਦੇ ਆ ਉਹਨਾਂ ਚੀਜ਼ਾਂ ਨੂੰ। ਦੇਖੋ ਜੀ, Banit, initially till 23rd of September there was a subclass 408 ਜੀ which was a sponsored program ਜਿਸ ਦੇ ਵਿੱਚ nurses for 13 years program ਲਈ ਗਏ ਹੈਗੇ। ਜੀ Nurses have even gone for 482. The candidate can visit our office, we can show them the visa approval, but definitely there is a system, the system has to be followed, and I mean you have to trust this, and this is a very beautiful system way ਜਿਹੜੇ ਕਿ ਜਿਸ ਵਿੱਚ ਤੇ nurses ਲਈ option available ਹੈ। ਜੀ ਸੋ ਕੋਰਸ ਜੁਆਇਨ ਕਰਨ ਤੋਂ ਕਿੰਨਾ ਕੁ ਟਾਈਮ ਪਹਿਲਾਂ ਉਹਨਾਂ ਨੂੰ ਸਰ ਅਪਲਾਈ ਕਰਨਾ ਪੈਂਦਾ ਇਸ ਦੇ ਲਈ, ਔਰ ਕੀ ਕੀ ਆਪਾਂ ਕਹਿ ਸਕਦੇ ਹਾਂ ਕਿ ਫਾਰਮੈਲਿਟੀਜ਼ ਹੁੰਦੀਆਂ? ਇਹਦੀ formalities ਕੋਈ ਜ਼ਿਆਦਾ ਨਹੀਂ ਹੈਗੀ। ਜੀ What we need to see is the original documentation, ਜਿਸ ਤਰ੍ਹਾਂ original documentation ਤੁਹਾਡੇ nurses registration, ਜਿਹੜੇ ਯੂਨੀਵਰਸਿਟੀ ਤੁਸੀਂ ਨਰਸਿੰਗ BSc nurses ਕਰਦੇ ਉਹ ਸਾਰੇ academic results check ਕਰਨੇ, 10+2 plus your IELTS and PT whatever you've done, and ਅਗਰ if required within 3 months ਅਗਰ they are going towards the OSCE and they are trying to get registration done with APRA, ਨਾਲ ਆਪਣਾ IELTS ਸੇ ਆਪਣਾ PT improve ਕਰ ਸਕਦੇ to match the requirements. So again that is a must. ਜੀ ਸੋ ਸਰ ਜਿਨ੍ਹਾਂ ਸਟੂਡੈਂਟਸ ਨੇ ਸਿਰਫ +2 ਹੀ ਕੀਤੀ ਹੁੰਦੀ ਹੈ ਅਜੇ ਹਾਂਜੀ। ਤੱਕ, ਉਹਨਾਂ ਦੇ ਲਈ ਵੀ ਕੋਈ ਚੀਜ਼ਾਂ ਇਦਾਂ ਦੀਆਂ ਹੈਗੀਆਂ, ਕੀ ਕਰ ਸਕਦੇ ਹੋ? ਜਿਹੜੇ ਬੱਚਿਆਂ ਨੇ 10+2 ਕੀਤਾ ਮੈਡੀਕਲ ਸਾਈਡ ਦੇ ਵਿੱਚ, ਜੀ ਜਿਸ ਤਰ੍ਹਾਂ ਬਾਇਓ ਵਾਲਾ ਕੀਤਾ, ਸੋ ਅਗਰ ਉਹ 7 ਬੈਂਡ ਇਨ ਈਚ ਮਾਡਲ ਲੈ ਲੈਂਦੇ ਕਿ ਦੇ ਕੈਨ ਗੋ ਫॉर ਦ ਸਟੱਡੀਜ਼। ਸੋ ਨਰਸਿੰਗ ਦੀ ਬੈਚਲਰ ਆਫ ਨਰਸਿੰਗ ਦੀ ਸਟੱਡੀਜ਼ 3 ਸਾਲ ਦੀ ਹੈ ਇਨਫੈਕਟ। ਸੋ ਅਗਰ ਆਪਾਂ ਕੰਪੇਅਰ ਕਰੀਏ ਇੰਡੀਆ 'ਚ 4 years ਦੀ BSc ਨਰਸਿਸ ਹੈ, ਐਂਡ ਅਗਰ ਕੰਪੇਅਰ ਕਰੀਏ ਵਿਦ ਕੈਨੇਡਾ ਅਗੇਨ ਦੀ BSc ਨਰਸਿਸ ਫॉर 4 years. ਜੀ So Australia with the duration of the course for nursing is about 3 years. But definitely the eligibility criteria बड़ा simple है, 7 in each model चाहिए and parents को funds होने चाहिए to sponsor him. So जेडे funds होने चाहिए parents, they should be holding about 35 to 37 lakhs they which funds they should have for 3 months, or they can get themselves even sponsored by
taking an education loan. ਜੀ ਸੋ ਸਰ ਕਈ ਵਾਰ ਸਟੂਡੈਂਟਸ ਦਾ ਇੱਦਾਂ ਹੁੰਦਾ ਕਿ 3 ਵਾਰ ਰਿਜੈਕਸ਼ਨ ਆਈਆਂ ਹੁੰਦੀਆਂ 4 ਵਾਰ ਆਈਆਂ ਹੁੰਦੀਆਂ 5 ਵਾਰ ਰਿਜੈਕਸ਼ਨਸ ਆਈਆਂ ਹੁੰਦੀਆਂ ਸੋ ਉਹ ਰਿਜੈਕਸ਼ਨਸ ਤੋਂ ਬਾਅਦ ਵੀ ਇਸ ਦੇ ਲਈ ਅਪਲਾਈ ਕਰ ਸਕਦੇ ਆ ਜਾਂ ਫਿਰ ਨਹੀਂ ਔਰ ਕਿੰਨਾ ਕੁ ਇਫੈਕਟ ਰਿਜੈਕਸ਼ਨਸ ਦਾ ਪ੍ਰੋਫਾਈਲ ਤੇ ਪੈ ਜਾਂਦਾ ਹੈ ਬਨ ਡੈਫੀਨਿਟਲੀ ਜੀ ਰਿਜੈਕਸ਼ਨ ਦਾ ਪ੍ਰੋਫਾਈਲ ਤੇ ਇਫੈਕਟ ਪੈਂਦਾ ਬਟ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਬਿਕੋਜ਼ ਨਰਸਿੰਗ ਇਜ਼ ਪਾਰਟ ਆਫ ਸ਼ਾਰਟੇਜ ਲਿਸਟ ਇਨ ਆਲਮੋਸਟ ਐਵਰੀ ਕੰਟਰੀ ਆਪਾਂ ਜੇ ਗੱਲ ਕਰੀਏ ਕੈਨੇਡਾ 'ਚ ਵੀ ਸ਼ਾਰਟੇਜ ਹੈ ਆਪਾਂ ਗੱਲ ਕਰੀਏ UK, New Zealand and Australia. There's a huge shortage for health workers. So health workers, when I say health workers, it means that nurses, community workers and other candidates. So normal ko jaga ਤੁਹਾਡੇ documentation ਠੀਕ ਹੈ ਤੇ ਤੁਹਾਨੂੰ visa rejection chances ਘੱਟ ਹੈ ਰਹਿ ਗਈ ਅਗਰ ਕਿਸੇ ਦਾ ਕੇਸ ਰਿਜੈਕਟ ਹੋ ਜਾਂਦਾ I'm talking about it depends on the which country ਤੋਂ ਰਿਜੈਕਟ ਹੋਇਆ ਆਸਟ੍ਰੇਲੀਆ ਤੋਂ if case rejected student visa rejected there is no second option. ਸੋ ਫਰਸਟ ਆਪਸ਼ਨ ਹੀ ਬੜਾ ਅੱਛਾ ਬੜੇ ਅੱਛੇ ਪੇਪਰਸ ਵਰਕ ਨਾਲ ਕਰਨਾ ਪੈਂਦਾ ਹੈਗਾ ਐਂਡ ਅਗਰ ਕੈਨੇਡਾ 'ਚ ਰਿਜੈਕਸ਼ਨ ਹੈ ਦੈਨ ਵੀ ਹੈਵ ਟੂ ਲੁੱਕ ਫਰਮ ਕੇਸ ਟੂ ਕੇਸ ਬੇਸਿਸ ਸਿਮਿਲਰਲੀ ਜੇ ਆਪਾਂ ਗੱਲ ਕਰੀ ਨਿਊਜ਼ੀਲੈਂਡ ਵੀ ਉੱਥੇ ਵੀ ਜੇ ਰਿਜੈਕਸ਼ਨ ਹੈ ਕੇਸ ਟੂ ਕੇਸ ਬੇਸਿਸ ਤੇ ਹੁੰਦੀ ਹੈ ਦੈਨ ਦੇ ਕੈਨ ਅਪਲਾਈ ਇਨ ਕੈਨੇਡਾ ਨਿਊਜ਼ੀਲੈਂਡ ਐਂਡ ਨਿਊਜ਼ੀਲੈਂਡ ਦੇ ਅੰਦਰ ਬੈਸਟ ਪਾਰਟ ਹੈ ਦੀ ਟਿਊਸ਼ਨ ਫੀਸ ਇਜ਼ ਪੇਡ ਆਫਟਰ ਦੀ ਵੀਜ਼ਾ ਇਜ਼ ਗ੍ਰਾਂਟਡ ਐਂਡ ਉੱਥੇ ਅੱਜ ਦੀ ਡੇਟ 'ਚ ਕਮਿਊਨਿਟੀ ਵਰਕਰਸ ਇੰਨੀ ਸ਼ਾਰਟੇਜ ਹੈ ਦੇ ਹੈਵ ਗੋਟ ਅ ਸੈਕਟਰ ਲਿਸਟ ਸੋ ਐਜ਼ ਪਰ ਸੈਕਟਰ ਲਿਸਟ ਸੋ ਜਿਹੜੇ GNM ਬੱਚੇ ਹੈਗੇ ਜਿਨ੍ਹਾਂ ਦੀ GNM ਕੀਤੀ ਹੋਈ ਹੈ ਦੇ ਕੈਨ ਅਪਲਾਈ ਫॉर 1 year ਕੋਰਸ ਇਨ ਹੈਲਥ ਐਂਡ ਵੈਲਬੀਇੰਗ ਸਰਟੀਫਿਕੇਟ 4 ਲੈਵਲ 4 ਦਾ ਦੇ ਲੈਵਲ 4 ਦਾ ਕੋਰਸ ਕਰ ਸਕਦੇ ਐਂਡ 1 ਸਾਲ ਦੇ ਕੋਰਸ ਤੋਂ 2 ਸਾਲ ਦਾ ਵਰਕ ਪਰਮਿਟ ਅਵੇਲੇਬਲ ਉਹਨਾਂ ਵਾਸਤੇ ਜੀ ਸੋ ਸਰ ਜਾਂਦੇ ਜਾਂਦੇ ਮੈਂ ਇਹ ਚਾਹੂੰਗੀ ਕਿ ਤੁਸੀਂ ਮੈਸੇਜ ਕੀ ਦੇਣਾ ਚਾਹੋਗੇ ਜੋ ਨਰਸਿੰਗ ਦੇ ਲਈ ਵਿਦੇਸ਼ ਜਾਣ ਦੇ ਚਾਹਵਾਨ ਹੈਗੇ ਸਟੂਡੈਂਟ ਕਿ ਉਹ ਕਨੈਕਟ ਓਵਰਸੀਜ਼ ਨੂੰ ਅਪਰੋਚ ਕਰਨ ਡੈਫੀਨਿਟਲੀ ਜੀ ਮੈਂ ਕੈਂਡੀਡੇਟਸ ਨੂੰ ਕਹਿਣਾ ਚਾਹੂੰਗਾ ਵੀ ਹੈਵ ਗੋਟ ਸੋਲੂਸ਼ਨ ਫॉर ਐਵਰੀ ਕੰਟਰੀ ਤੁਸੀਂ ਨਰਸਿੰਗ ਦੇ ਅੰਦਰ ਇੰਟਰਸਟਿਡ ਹੋ whether it is US, UK, Canada, New Zealand and even few other countries like Ireland and other places, we have already solutions for it. ਤੁਸੀਂ 10+2 ਪਾਸ ਹੋ GNM ਹੋ ਜਾਂ BSc ਨਰਸਿਸ ਹੋ ਵੀ ਵਿਲ ਗਾਈਡ ਯੂ ਅਕੋਰਡਿੰਗਲੀ ਜੀ ਸੋ ਬਹੁਤ ਬਹੁਤ ਸ਼ੁਕਰੀਆ ਸਰ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ ਸੋ ਇਹ ਸੀ ਆਪਣੇ ਨਾਲ ਕਨੈਕਟ ਓਵਰਸੀਜ਼ ਤੋਂ ਮਿਸਟਰ ਨਿਰਮਲ ਚਾਵਲਾ ਜੀ ਜਿਨ੍ਹਾਂ ਨੇ ਨਰਸਿੰਗ ਦੇ ਰਿਲੇਟਡ ਅਹਿਮ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਉਮੀਦ ਕਰਦੇ ਆ ਕਿ ਜੋ ਜਾਣਕਾਰੀ ਹੈ ਤੁਹਾਡੇ ਲਈ ਬੈਨੀਫੀਸ਼ੀਅਲ ਸਾਬਿਤ ਹੋਵੇਗੀ ਕੋਈ ਸਵਾਲ ਅਗਰ ਸਾਡੇ ਤੋਂ ਰਹਿ ਗਿਆ ਹੋਵੇ ਤੁਹਾਡੇ ਜ਼ਿਹਨ ਦੇ ਵਿੱਚ ਆ ਰਿਹਾ ਹੋਵੇ ਤੁਸੀਂ ਪੁੱਛਣਾ ਚਾਹੁੰਦੇ ਹੋ ਨਰਸਿੰਗ ਦੇ ਰਿਲੇਟਡ ਤਾਂ ਇਹਨਾਂ ਦੇ ਜੋ ਨੰਬਰ ਆ ਉਹ ਆਪਣੀ ਸਕਰੀਨ ਤੇ ਫਲੈਸ਼ ਕਰ ਰਹੇ ਨੰਬਰ ਨੋਟ ਕਰੋ ਅਤੇ ਕਿਸੇ ਵੀ ਟਾਈਮ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਅਦਰਵਾਈਜ਼ ਸੈਕਟਰ 17 ਚੰਡੀਗੜ੍ਹ ਦੇ ਵਿੱਚ ਇਹਨਾਂ ਦਾ ਹੈੱਡ ਆਫਿਸ ਆ ਉੱਥੇ ਜਾ ਕੇ ਵਿਜ਼ਿਟ ਕਰੋ ਟੀਮ ਦੇ ਵੱਲੋਂ ਵੀ ਪ੍ਰੋਪਰ ਗਾਈਡੈਂਸ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਵੇਗੀ ਸੋ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਵੀਜ਼ਾ ਰਿਲੇਟਡ ਅਹਿਮ ਜਾਣਕਾਰੀਆਂ ਲੈ ਕੇ ਤਦ ਤੱਕ ਲਈ ਦੇਖਦੇ ਰਹੋ ਪ੍ਰੋਗਰਾਮ ਡੈਸਟੀਨੇਸ਼ਨ ਅਵੇਅਰਨੈਸ ਧੰਨਵਾਦ